हर गल विच जदों कोई हुंदा उह सरदारां नूं अगे कीता जांदा है, टोपियां वाले पिछे रह जांदे। मुन्नी दे ठुमके ते शीला दी जवानी सानूं नशा कर गई आ। उत्ते बैठे भगत सिंह सराभे होणी भी कहिंदे भी असीं किन्ना लोकां लई मर गए आ जी। वेखो है इंदिरा गांधी भी नहीं रही। सिखां ने तुहानूं पता जदों एक कोई 45 छड्ड के 47 चुकदा हाल तां बुरा ही हुंदा है। अपील करते हैं जे वो नहीं बिल पास लैंदी फिर सानूं शहादतां देनियां ही पैणियां वा। इत्थे वेख लो सिंगरां दे पिछे आ कैमरामैन नूं मैं कहना वीडियो दिखाउण ते वेखो सैल्फियां किवें हुंदियां करदी पई। असीं हैक ते दीवा बालांगे ही ते जाके जिवें झोटे नूं नत्थ पाई दी हुंदी आ उवें झोटे नूं नत्थ पा के कल्ले नाल बन्नांगे। और तेरे अच्छे दिन वेख मोदी साहब ओए रस्से टालियां ते पवा गए। साडे घरां दे ने चुल्हे ठंडे पै गए। ओ किद्दां कहिए चंगे दिन आ गए। सत श्री अकाल जी, तुसीं देख रहे हो पंजाबी लोक चैनल। मैं अमनदीप सिंह माझा। अज असीं खड़े हां बटाले च। बटाला अमृतसर हाईवे ते कलाकारां ने स्टेज लाई आ। इत्थे खेती आर्डीनेंस बिलां दे विरोध च वड्डे वड्डे सिंगर आए ने, वड्डे वड्डे कलाकार आए ने। रणजीत बाबा आया, कन्वर गरेवाल आए ने समेत वड्डी गिणती च कलाकार पहुंचे ने। वड्डा इकट्ठ होया। पिंडां चों आले दाले इलाके चों लोग आए ने कि खेती आर्डीनेंस बिल बहुत किसान विरोधी ने, यह किसानी नूं बर्बाद कर देणगे। साडे नाल नौजवान आगू जिहड़े पहुंचे ने, नौजवान मौजूद ने। इत्थे उन्हां नाल करदे आं गलबात। अपना नाम जी? रणबीर सिंह भाई। रणबीर जी कित्थों आए हो? असीं भाई भामड़ी तो। भामड़ी तो आए हो ते तुसीं की करन आए हो इत्थे? की लगदा तुहानूं आर्डीनेंस बिलां दे विरोध च आए हो? बिल्कुल भाई विरोध च आए हैं क्योंकि आर्डीनेंस बिल जिहड़े साडे बिल्कुल हक च नहीं हैगे। थोड़ा टाइम पहलां ही जिद्दां ਵੱਖ-ਵੱਖ ਗੱਲਾਂ ਨਿਕਲ ਕੇ ਆਣ ਡੀਆਂ ਨੇ ਕਿ ਇਹਦੇ ਜਿੱਦਾਂ ਉਹਨਾਂ ਨੇ ਜਿਹੜੀਆਂ ਸਾਰੀਆਂ ਜ਼ਮੀਨਾਂ ਵਾ ਕੰਪਨੀਆਂ ਨੇ ਖਰੀਦ ਲੈਣੀਆਂ। ਜਿਹੜਾ ਉਹ ਚੀਜ਼ ਝੋਨਾ ਫਸਲ ਉਹਨਾਂ ਬਿਲਕੁਲ ਨਹੀਂ ਚੁੱਕਣੀ ਹੈਗੀ। ਜਿਹੜੀ ਉਹ ਫਸਲ ਕਹਿਣਗੇ ਉਹਨਾਂ ਨੂੰ ਦੇਣ ਲਈ, ਬੀਜਣ ਲਈ, ਜੇ ਉਹ ਕਿਸਾਨ ਦੀ ਵਧੀਆ ਨਿਕਲੂਗੀ ਉਹ ਚੁੱਕਣਗੇ, ਜੇ ਕਿਸਾਨ ਨੂੰ ਘਾਟਾ ਹੋ ਗਿਆ ਨਹੀਂ। ਦੂਜਾ ਇਹ ਵੀ ਸੁਣਨ 'ਚ ਆਇਆ ਵਾ ਕਿ ਉਹਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਆਪਣੇ ਲੋਨ ਲੈਣੇ ਆ। ਜੇ ਉਹ ਲੋਨ ਲੈ ਕੇ ਕੰਪਨੀ ਤਾਰੂਗੀ ਨਹੀਂ ਤੇ ਜਿਹੜੇ ਕਿਸਾਨ ਦੀ ਜ਼ਮੀਨ ਆ ਉਹਨੂੰ ਤਾਰਨਾ ਪਏਗਾ। ਇਹਦੇ ਲਈ ਦੇਖੋ ਇਹੋ ਵੇਖਣਾ ਆਉਣ ਡਿਆ ਕਿ ਬਹੁਤ ਘਾਟਾ ਪਏਗਾ ਕਿਸਾਨ ਤੇ ਅੱਗੇ ਵਿਚਾਰਾ ਫਾਹ ਲੈ ਕੇ ਮਰਨ ਡਿਆ। ਕਈ ਹੱਲੇ ਤੱਕ ਉਹਦੀਆਂ ਸੁਣਵਾਈਆਂ ਨਹੀਂ ਹੋਣ ਡੀਆਂ। ਇਹ ਜੋ ਹੋਰ ਐਡਾ ਵੱਡਾ ਧੱਕਾ ਕਿਸਾਨ ਨਾਲ ਹੋ ਰਿਹਾ ਚੰਗੀ ਗੱਲ ਨਹੀਂ। ਸਰਕਾਰਾਂ ਕਹਿੰਦੀਆਂ ਨੇ ਕਿਸਾਨ ਦੇ ਫਾਇਦੇਮੰਦ ਬਿੱਲ ਆ, ਕੀ ਕਹੋਗੇ? ਨਾ ਬਿਲਕੁਲ ਫਾਇਦੇਮੰਦ ਨਹੀਂ ਜੀ ਬਿੱਲ। ਹੁਣ ਤੱਕ ਤੁਸੀਂ ਵੇਖਿਆ ਇਹ ਕਿਸਾਨਾਂ ਦੇ ਨਾਲ ਧੱਕਾ ਹੀ ਹੁੰਦਾ ਰਿਹਾ। ਅੱਜ ਤੋਂ 84 ਵਿੱਚ ਜਦੋਂ ਭਿੰਡਰਾਂ ਵਾਲੇ ਸੰਤਾਂ ਨੇ ਰੱਖੀਆਂ ਸੀ ਆਪਣੀਆਂ ਸਾਹਮਣੇ ਸ਼ਰਤਾਂ ਰੱਖੀਆਂ ਸੀ, ਉਹਨਾਂ ਨੇ ਉਹਦੇ ਵਿੱਚ ਉਦੋਂ ਹੀ ਕਹਿ ਦਿੱਤਾ ਸੀ ਕਿ ਜਿਹੜੀ ਕਿਸਾਨ ਦੀ ਆ ਕਣਕ ਝੋਨਾ ਇਹ ਸਾਰਾ ਕੇਂਦਰ ਸਰਕਾਰ ਚੁੱਕੂਗੀ। ਕੇਂਦਰ ਸਰਕਾਰ ਇਹਦਾ ਬਿੱਲ ਲਾਊਗੀ, ਇਹਦਾ ਜੋ ਵੀ ਰੇਟ ਤੈਅ ਕਰੂਗੀ। ਸੈਂਟਰ ਸਰਕਾਰ ਨੂੰ ਕੋਈ ਇਹਦੇ ਵਿੱਚ ਹੱਕ ਨਹੀਂ ਹੈਗਾ। ਉਦੋਂ ਸਰਕਾਰਾਂ ਨੇ ਆਪਣਾ ਸੰਤਾਂ ਨੇ ਇਹ ਸਪੀਚ ਦੱਸੀ, ਆਪਣੀਆਂ ਸ਼ਰਤਾਂ ਰੱਖੀਆਂ ਸੀ। ਉਸ ਤੋਂ ਬਾਅਦ ਜਦੋਂ ਤੁਸੀਂ ਦੇਖਦੇ ਹੋਣਦੇ ਸਰਕਾਰਾਂ ਨੇ ਸਰਦਾਰ ਸਿੱਖ ਕਮਿਊਨਿਟੀ ਨਾਲ ਹਮੇਸ਼ਾ ਧੱਕਾ ਹੀ ਕੀਤਾ ਹੈ। ਦੇਖਦੇ ਹੋਣਦੇ ਕਿ ਹਰ ਇੱਕ ਪਾਸੇ ਫੌਜ ਵਿੱਚ, ਪੁਲਿਸ ਵਿੱਚ, ਕਿਸੇ ਵੀ ਮਹਿਕਮੇ 'ਚ, CRP ਵਿੱਚ ਸਿੱਖ ਵਾ। ਜਦੋਂ ਕਿਤੇ ਬਾਰਡਰ 'ਤੇ ਜਾਂ ਕਿਤੇ ਕੋਈ ਤੁਹਾਕਾ ਹੁੰਦਾ, ਕੋਈ ਗੱਲਬਾਤ ਹੁੰਦੀ ਹੈ, ਉਹਦੇ ਵਿੱਚ ਸਰਦਾਰ ਹੀ ਕਿਉਂ ਅੱਗੇ ਜਾਣ? ਹਰ ਗੱਲ ਵਿੱਚ ਜਦੋਂ ਕੋਈ ਹੁੰਦਾ ਉਹ ਸਰਦਾਰਾਂ ਨੂੰ ਅੱਗੇ ਕੀਤਾ ਜਾਂਦਾ ਹੈ, ਟੋਪੀਆਂ ਵਾਲੇ ਪਿੱਛੇ ਰਹਿ ਜਾਂਦੇ। ਜਦੋਂ ਆਉਂਦਾ ਆ ਨੌਕਰੀਆਂ ਦੇਣ ਦੀ ਗੱਲ ਹੁੰਦੀ ਆ ਉਦੋਂ 98% ਇਹਨਾਂ ਦੇ ਆ ਵੋਟਾਂ ਟੋਪੀਆਂ ਵਾਲਿਆਂ ਦੀਆਂ, 1.5% ਇਹਨਾਂ ਦਾ ਸਿੱਖ ਕਮਿਊਨਿਟੀ ਦਾ। ਇਹ ਕੋਈ ਬਹੁਤ ਵੱਡੀ ਚੰਗੀ ਗੱਲ। ਰਣਵੀਰ ਜੀ ਵੱਡਾ ਇਕੱਠ ਹੋਇਆ ਉਰੇ ਰਣਜੀਤ ਬਾਬਾ ਆਏ ਨੇ, ਕਨਵਰ ਗਰੇਵਾਲ ਆਏ ਨੇ, ਨੌਜਵਾਨ ਵੱਡੀ ਗਿਣਤੀ 'ਚ ਪਹੁੰਚੇ ਨੇ। ਉਹ ਗੀਤ ਸੁਣਨ ਆਏ ਨੇ, ਸਿੰਗਰਾਂ ਨੂੰ ਦੇਖਣ ਆਏ ਨੇ ਜਾਂ ਆਪਣੇ ਸੰਘਰਸ਼ ਕਰਨ ਆਏ ਨੇ? ਨਹੀਂ, ਅੱਜ ਕੱਲ੍ਹ ਜਿੱਦਾਂ ਸੁਣਨ 'ਚ ਆ ਰਿਹਾ ਕਿ ਸਾਰੇ ਜਦੋਂ ਇਹ ਲਹਿਰ ਚੱਲੀ ਆ ਸਾਰੇ ਆਪਣੇ ਜਿਹੜੇ ਪਿਓ ਦਾਦੇ ਉਹ ਤੁਰੇ ਨੇ ਪਹਿਲਾਂ ਲਹਿਰ ਵਿੱਚ। ਬਾਅਦ ਜਿੱਦਾਂ ਗੱਲਾਂ ਕਰਦੇ ਨੇ ਲੋਕ ਵੀ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਅੱਧੀ ਨਸ਼ਿਆਂ 'ਚ ਪੈ ਗਈ ਅਤੇ ਅੱਧੀ ਸਿੰਗਰਾਂ ਦੇ ਬਹੁਤ ਮਗਰ ਲੱਗੀ ਹੈਗੀ ਆ। ਚਲੋ ਸਿੰਗਰਾਂ ਨੇ ਵੀ ਬਹੁਤ ਵਧੀਆ ਗੱਲ ਆ ਸੋਚਿਆ ਅਤੇ ਸ਼ਾਇਦ ਚਲੋ ਉਹਨਾਂ ਦੇ ਕਹਿਣ ਨਾਲ ਜਿੱਦਾਂ ਰੋਸ ਚੱਲ ਰਿਹਾ, ਹੌਲੀ ਹੌਲੀ ਦੁਨੀਆ ਜਾਗ ਰਹੀ ਆ। ਉਹਦੇ ਨਾਲ ਜਿੰਨੇ ਨੌਜਵਾਨ ਪੀੜ੍ਹੀ ਆ ਹੁਣ ਜਿੰਨੇ ਇਕੱਠੇ ਹੋਏ ਸਿੰਗਰ ਤੁਰੇ ਆ, ਨੌਜਵਾਨ ਦੇ ਨਾਲ ਨੌਜਵਾਨ ਤੁਰਦਾ ਲਹਿਰ ਦੇ ਵਿੱਚ। ਹੁਣ ਹੌਲੀ ਹੌਲੀ ਲਹਿਰ ਉੱਠ ਰਹੀ ਆ, ਸਾਰੇ ਤੁਰ ਰਹੇ ਨੇ ਸਾਰੇ ਜਾਣੇ। ਇਹਦੇ ਵਿੱਚ ਜਿੰਨੇ ਨੌਜਵਾਨ ਸਿੱਖ ਭਰਾ ਵਾ ਆ ਸਾਰੇ ਹੁਣ ਸੁਣਨ ਆਏ ਜੇ। ਇੱਥੇ ਆਪਣੇ ਮਾਝੇ ਵਿੱਚ ਕਹਿੰਦੇ ਨੇ ਵੀ ਠੰਡਾ ਚੱਲ ਰਿਹਾ, ਵੀ ਇੱਥੇ ਬਹੁਤ ਜ਼ਿਆਦਾ ਕੋਈ ਇਕੱਠ ਮੱਠ ਨਹੀਂ ਦਿਖ ਰਿਹਾ। ਹੁਣ ਜਦੋਂ ਇਹਨਾਂ ਨੇ ਰਣਜੀਤ ਬਾਵੇ ਹੋਣਾ ਨੇ ਸਾਰੇ ਸਤਿਕਾਰਯੋਗ ਵੀਰ ਭਰਾਵਾਂ ਨੇ ਕੀਤਾ ਆ ਇਕੱਠ। ਹੁਣ ਜਿੰਨੇ ਵੇਖੋ ਤੁਸੀਂ ਵੇਖ ਸਕਦੇ ਹੋ ਖੁਦ ਲਾਗੇ ਜਿੰਨੇ ਆਪਣੇ ਸਾਰੇ ਸਰਦਾਰ ਭਰਾ ਵੀਰ, ਜਿੰਨੇ ਲਾਗੋਂ ਨੌਜਵਾਨ ਵੀਰ ਆਪਣੇ ਸਾਰੇ ਪਹੁੰਚੇ ਨੇ ਇੱਥੇ ਆਪਣੇ। ਯਾਨੀ ਕਿ ਸੰਘਰਸ਼ ਕਰਨ ਪਹੁੰਚੇ ਨੇ, ਖੇਤੀ ਆਰਡੀਨੈਂਸ ਬਿਲਾਂ ਦੇ ਵਿਰੋਧ 'ਚ ਪਹੁੰਚੇ ਨੇ ਕਿ ਇਹ ਰੱਦ ਹੋਣ? ਹਾਂਜੀ ਬਿਲਕੁਲ ਵਿਰੋਧ 'ਚ ਪਹੁੰਚੇ ਨੇ। ਤੁਹਾਨੂੰ ਪਤਾ ਹੀ ਆ ਜਿੱਦਾਂ ਸਰਕਾਰ ਹੁਣ ਤੱਕ ਕਰਦੀ ਆਉਣ ਦੀ ਕੋਈ ਇਹਦੇ ਫਾਇਦੇਮੰਦ ਤਾਂ ਹੋ ਨਹੀਂ ਰਹੇ। ਇਹ ਬਿੱਲ ਜਿਹੜੇ ਲਾਗੂ ਕਰਨੇ ਆ ਸਰਕਾਰ, ਕਿਸਾਨ ਅੱਗੇ ਇੰਨੀ ਮਿਹਨਤ ਕਰਕੇ ਚੁੱਕਦਾ, ਕਿਤੇ ਉਹਦਾ ਰੇਟ ਵਧੀਆ ਲੱਗਦਾ, ਕਿਤੇ ਨਹੀਂ ਲੱਗਦਾ। ਕੁਝ ਕਿਸਾਨ ਤਾਂ ਹਾਲੇ ਵੀ ਤੁਹਾਨੂੰ ਪਤਾ ਹਾਲਾਤਾਂ ਨਾਲ ਲੜ ਰਹੇ ਆ।
ਸੋ ਉਹਦੇ ਅਕੋਰਡਿੰਗ ਇਹੋ ਹੀ ਕਹਿਣਾ ਚਾਹੁੰਦਾ ਆ। ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਆ, ਕਿਹਾ ਜਾਂਦਾ ਕਿ ਅੱਜ ਦੇ ਨੌਜਵਾਨ ਸਿੰਗਰਾਂ ਦੇ ਪਿੱਛੇ ਲੱਗ ਗਏ, ਸਿੰਗਰਾਂ ਦੇ ਪਿੱਛੇ ਪੈ ਗਏ ਵੀ ਸ਼ਹੀਦ ਭਗਤ ਸਿੰਘ ਦੇ ਦੱਸੇ ਹੋਏ ਰਸਤੇ ਜਾਂ ਜਿਹੜੇ ਮਾਰਗ ਤੇ ਚੱਲੇ ਤੇ ਉਦੋਂ ਭਟਕ ਚੁੱਕੇ ਨੇ, ਕੀ ਕਹੋਗੇ? ਬਿਲਕੁਲ ਭਟਕ ਚੁੱਕੇ ਨੇ ਜੀ। ਅੱਜ ਕੱਲ੍ਹ ਜਿੱਦਾਂ ਤੁਸੀਂ ਟੀਵੀਆਂ 'ਚ ਸੀਰੀਅਲ ਕਿਤੇ ਆਪਣਾ ਨੈੱਟ ਤੇ ਵੇਖ ਰਹੇ ਹੋ, ਅੱਜ ਕੱਲ੍ਹ ਇਹੋ ਹੀ ਚੱਲ ਰਿਹਾ ਆ ਵੀ ਜਿੰਨੇ ਗੁੰਮਰਾਹ ਕਰਨ ਦੇ ਆ, ਕਿਤੇ ਕਹਿ ਲਓ ਜੀ ਮੁੰਨੀ ਦੇ ਠੁਮਕੇ ਦੇ ਸਲਮਾਨ ਦੇ ਗੱਲਾਂ ਨੇ ਕਮਾਲ ਕੀਤੀ ਹੋਈ ਆ, ਠੀਕ ਆ ਨਾ। ਮੁੰਨੀ ਦੇ ਠੁਮਕੇ ਤੇ ਅਸੀਲਾ ਦੀ ਜਵਾਨੀ ਸਾਨੂੰ ਨਸ਼ਾ ਕਰ ਗਈ ਆ। ਉੱਤੇ ਬੈਠੇ ਭਗਤ ਸਿੰਘ ਸਰਾਭੇ ਹੋਣੀ ਵੀ ਕਹਿੰਦੇ ਵੀ ਅਸੀਂ ਕਿੰਨਾ ਲੋਕਾਂ ਲਈ ਮਰ ਗਏ ਆ ਜੀ। ਵੇਖੋ ਹੈ ਕਿੱਡੀ ਵੱਡੀ ਗੱਲ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਲਈ ਇੰਨਾ ਕੁਰਬਾਨੀਆਂ ਦਿੱਤੀਆਂ, ਫਾਂਸੀ ਤੇ ਚੜ੍ਹੇ ਆ, ਉਹ ਫਾਂਸੀ ਚੜ੍ਹ ਕੇ ਆਪਣੀ ਜਾਨ ਗਵਾ ਬੈਠੇ। ਜਿਨ੍ਹਾਂ ਨੇ ਦੇਸ਼ ਚਲਾਇਆ ਉਹ ਫੇਰ ਅੱਗੇ ਟੋਪੀਆਂ ਵਾਲੇ, ਜਿਨ੍ਹਾਂ ਦਾ ਕੋਈ ਏਡਾ ਸੰਘਰਸ਼ ਵੀ ਨਹੀਂ ਹੈਗਾ। ਅੱਜ ਕੱਲ੍ਹ ਕਿਤੇ ਤੁਹਾਨੂੰ ਪਤਾ ਜੰਗ ਹੁੰਦੀ ਹੈ ਜਾਂ ਕਿਤੇ ਕੋਈ ਵੀ ਜ਼ਰੂਰਤ ਪੈਂਦੀ ਆ ਦੇਸ਼ ਦੇ ਬਾਰਡਰਾਂ 'ਤੇ, ਕਿਤੇ ਵੀ ਲੜਾਈ ਹੁੰਦੀ ਆ, ਉੱਧਰ ਵੀ ਸਿੱਖ ਕਮਿਊਨਿਟੀ ਮਰਦੀ। ਹਰ ਪਾਸੇ ਤੁਸੀਂ ਦੇਖਿਆ ਸਰਦਾਰ ਬੰਦੇ ਅੱਗੇ ਹੁੰਦੇ ਆ। ਹੁਣ ਪਿੱਛੇ ਜੇ ਤੁਸੀਂ ਦੇਖਿਆ ਜਿਹੜਾ ਇੱਥੇ ਜੰਮੂ ਦੇ ਲਾਗੇ ਹੋਇਆ ਆ, ਉਹਦੇ ਵਿੱਚ ਕਿੰਨੇ ਨੌਜਵਾਨ ਹਲਕੀ ਉਮਰ ਦਾ 19 ਸਾਲ ਦੀ ਉਮਰ ਦਾ ਸਾਡੇ ਪਿੰਡ ਦੇ ਲਾਗੇ ਹਰਚਵਾਲ ਦਾ ਮੁੰਡਾ ਉਹ ਸ਼ਹੀਦ ਹੋਇਆ। ਇੱਦਾਂ ਕਿੱਡੀ ਮਾੜੀ ਗੱਲ ਆ। ਮਤਲਬ ਹਰ ਪਾਸੇ ਵੇਖੋ ਸਰਦਾਰ ਅੱਗੇ ਖਲੋਣਗੇ ਹਿੱਕਾਂ ਡਾਹ ਕੇ, ਪਰ ਫਿਰ ਜੇ ਉਹਨਾਂ ਦੇ ਹੱਕਾਂ ਲਈ ਨਾ ਕੋਈ ਗੱਲ ਕੀਤੀ ਜਾਵੇ, ਫਿਰ ਉਹਨਾਂ ਨੂੰ ਇੰਨਾ ਮਤਲਬ ਉਹਨਾਂ ਦੀ ਖੂਨ ਦੇ ਵੈਰੀ ਹੋ ਜਾਣ, ਫਿਰ ਚੰਗੀ ਗੱਲ ਤਾਂ ਨਹੀਂ ਨਾ ਸਰਕਾਰ। ਤੁਸੀਂ ਕਹਿੰਦੇ ਹੋ ਕਿ ਪੰਜਾਬੀ ਸਭ ਤੋਂ ਪਹਿਲਾਂ ਕੁਰਬਾਨੀ ਦਿੰਦੇ ਨੇ, ਪੰਜਾਬੀ ਸ਼ਹੀਦ ਹੁੰਦੇ ਨੇ, ਸਭ ਤੋਂ ਵੱਧ ਦੇਸ਼ ਲਈ ਕੁਰਬਾਨੀਆਂ ਕਰਦੇ ਨੇ, ਤੇ ਪੰਜਾਬ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਵੀ ਨਹੀਂ ਹੋਣਾ ਚਾਹੀਦਾ। ਬਿਲਕੁਲ ਨਹੀਂ ਹੋਣਾ ਚਾਹੀਦਾ। ਹੁਣ ਤੱਕ ਤੁਸੀਂ ਦੇਖਿਆ ਜਿਉਂ ਸੰਤ ਭਿੰਡਰਾਂ ਇਸ ਟਾਈਮ ਤੋਂ ਇੰਦਰਾ ਗਾਂਧੀ ਹੁਣਾਂ ਨੇ ਕਿੰਨਾ ਜ਼ੋਰ ਲਾਤਾ ਸੀ। ਉਹਨਾਂ ਨੇ ਵੇਖ ਲਓ ਤੁਸੀਂ ਜਿੰਨਾ ਆਪਣਾ ਸਿੱਖਾਂ ਨੂੰ ਟਾਇਰ ਪਾ ਗਲਾਂ ਸਾੜੇ, ਕਿੰਨਾ ਕੁਛ ਕੀਤਾ ਹੈ ਨਾ। ਉਸ ਤੋਂ ਬਾਅਦ ਜਦੋਂ ਚੱਲਦਾ ਆਉਣ ਡਿਆ ਵਾ ਭਿੰਡਰਾਂ ਵਾਲੇ ਸੰਤਾਂ ਤੋਂ ਬਾਅਦ ਕਿੰਨੀ ਲਹਿਰ ਉੱਠੀ, ਕਿੰਨੇ ਨੌਜਵਾਨ ਸ਼ਹੀਦ ਹੋਏ ਹੈ ਨਾ। ਇੱਦਾਂ ਜਿੱਦਾਂ ਮੋਦੀ ਸਾਹਿਬ ਹੁਣ ਕਰ ਰਹੇ, ਕਹਿੰਦੇ ਸਾਨੂੰ ਕਿਸੇ ਦੀ ਪਰਵਾਹ ਨਹੀਂ, ਆਪਣੇ ਬਿੱਲ ਬਣਾ ਕੇ ਆਪਣਾ ਪਾਸ ਕਰ ਦਿੰਦੇ। ਇਹਨਾਂ ਦਾ ਹੁਣ ਥੋੜਾ ਸੂਤਰ ਆ ਗਿਆ ਵਾ, ਸੋਹਣਾ ਇਹਨਾਂ ਦਾ ਚੱਲ ਰਿਹਾ। ਇਹਨਾਂ ਨੂੰ ਕੋਈ ਮਤਾ ਨਹੀਂ ਕਰਦੇ, ਕੋਈ ਬਹਿਸ ਨਹੀਂ ਕਰਦੇ ਬਿੱਲ ਦੇ ਉੱਤੇ, ਆਪ ਕਰਕੇ ਤੇ ਉਹਨੂੰ ਅੱਗੇ ਪਾਸ ਕਰਨ ਦੇ ਆ। ਇਹ ਕੋਈ ਚੰਗੀ ਗੱਲ ਨਹੀਂ। ਜਿੱਦਾਂ ਇੰਦਰਾ ਗਾਂਧੀ ਨੂੰ ਖੋਫ ਮੁੱਕ ਗਿਆ ਸੀ ਵੀ ਮੈਂ ਕਹਿੰਦੀ ਵੀ ਮੈਂ ਇੱਦਾਂ ਕਰ ਦੇਣਾ, ਇੰਨੇ ਸਿੱਖ ਮਰਵਾ ਤੇ ਇੰਦਰਾ ਗਾਂਧੀ ਵੀ ਨਹੀਂ ਰਹੀ। ਸਿੱਖਾਂ ਨੇ ਤੁਹਾਨੂੰ ਪਤਾ ਜਦੋਂ ਇੱਕ ਕੋਈ 45 ਛੱਡ ਕੇ 47 ਚੁੱਕਦਾ, ਹਾਲ ਤਾਂ ਬੁਰਾ ਹੀ ਹੁੰਦਾ ਹੈ। ਤੁਹਾਨੂੰ ਪਤਾ ਹੈ ਸਾਰੇ ਸਿੱਖ ਨੌਜਵਾਨ, ਅਸੀਂ ਤਾਂ ਇਹੋ ਹੀ ਚਾਹੁੰਦੇ ਠੰਡਾ ਰਵੇ ਸਾਰਾ ਚੰਗਾ ਆ ਵੀ ਸਾਡੀ ਜਵਾਨੀ ਫੇਰ ਇਹ ਕੰਮ 'ਚ ਨਾ ਪਵੇ ਤੇ ਸੁੱਖ ਸੁੱਖਾਂ ਨਾਲ ਸਾਰਾ ਵਧੀਆ ਹੋ ਜੇ ਤੇ ਆਪਣਾ ਬਿੱਲ ਮਾਫ ਕੀਤੇ ਜਾਣ, ਨਾ ਰੱਦ ਕਰ ਦਿੱਤੇ ਜਾਣ, ਨਾ ਲਾਗੂ ਕੀਤੇ ਜਾਣ। ਕਿਸਾਨ ਨੌਜਵਾਨਾਂ ਦਾ ਕਹਿਣਾ ਕਿ ਇਹ ਬਿੱਲ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬੀਆਂ ਦੀਆਂ ਕੁਰਬਾਨੀਆਂ, ਪੰਜਾਬੀਆਂ ਦੀਆਂ ਫੌਜ 'ਚ ਕੁਰਬਾਨੀਆਂ ਨੇ, ਦੇਸ਼ ਲਈ ਕੁਰਬਾਨੀਆਂ ਦਿੰਦੇ ਨੇ, ਸ਼ਹੀਦ ਹੁੰਦੇ ਨੇ ਵੱਡੀ ਗਿਣਤੀ 'ਚ, ਤੇ ਪੰਜਾਬ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਆ। ਇਹ ਨਹੀਂ ਹੋਣਾ ਚਾਹੀਦਾ। ਖੇਤੀ ਆਰਡੀਨੈਂਸ ਬਿੱਲ ਰੱਦ ਹੋਣੇ ਚਾਹੀਦੇ ਨੇ। ਸਾਡੇ ਨਾਲ ਨੌਜਵਾਨ ਆਗੂ ਮੌਜੂਦ ਨੇ। ਕੀ ਨਾਮ ਆ ਜੀ ਆਪਣਾ? ਸੰਦੀਪ ਸਿੰਘ ਨਾਗੀ ਜੀ, ਭਿੰਡਰ ਕਲਾਂ ਤੋਂ ਬਿਲੋਂਗ ਕਰਦਾ ਮੈਂ ਜੀ, ਮੋਗਾ ਜ਼ਿਲ੍ਹਾ ਜੀ। ਠੀਕ ਹੈ ਜੀ। ਸੰਦੀਪ ਸਿੰਘ ਜੀ, ਕੀ ਕਹੋਗੇ? ਅੱਜ ਵੱਡਾ ਇਕੱਠ ਹੋਇਆ, ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ ਇਹ ਧਰਨੇ ਲੱਗ ਰਹੇ ਨੇ, ਕੀ ਕਹੋਗੇ ਇਹਦੇ ਬਾਰੇ? ਮੈਂ ਤਾਂ ਇਹੀ ਕਹਿਣਾ ਵਾ ਜੀ, ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆ, ਜੇ ਉਹ ਨਹੀਂ ਬਿੱਲ ਪਾਸ ਲੈਂਦੀ ਫਿਰ ਸਾਨੂੰ ਸ਼ਹਾਦਤਾਂ ਦੇਣੀਆਂ ਹੀ ਪੈਣੀਆਂ ਵਾ। ਇੱਥੇ ਵੇਖ ਲਓ ਸਿੰਗਰਾਂ ਦੇ ਪਿੱਛੇ ਆ ਕੈਮਰਾਮੈਨ ਨੂੰ ਮੈਂ ਕਹਿੰਦਾ ਵੀਡੀਓ ਦਿਖਾਉਣ, ਤੇ ਵੇਖੋ ਸੈਲਫੀਆਂ ਕਿਵੇਂ ਹੁੰਦੀਆਂ। ਅੱਧੇ ਨੌਜਵਾਨਾਂ ਨੂੰ ਰੋਸ ਆ, ਠੀਕ ਹੈ ਜੀ, ਅੱਧਿਆਂ ਨੂੰ ਹੈਗਾ ਸੈਲਫੀਆਂ ਦਾ। ਤੇ ਇੱਥੇ ਬਜ਼ੁਰਗਾਂ ਦੇ ਕੀ ਕਹਿੰਦੇ ਹੋ ਵੀ ਅੱਧੇ ਤਾਂ ਸਿੰਗਰਾਂ ਨੂੰ ਦੇਖਣ ਆਏ ਨੇ, ਇੱਥੇ ਸਿੰਗਰਾਂ ਨੂੰ ਸੁਣਨਾ ਹੈ, ਤੇ ਅੱਧਿਆਂ ਨੂੰ ਰੋਸ ਆ। ਹਾਂਜੀ, ਅੱਧਿਆਂ ਨੂੰ ਰੋਸ ਆ। ਐਂ ਨਹੀਂ ਮੈਂ ਸਾਰਿਆਂ ਦੇ ਉੱਤੇ ਥੋਪਦਾ ਨਹੀਂ ਗਈ, ਅੱਧੇ ਦਿਲੋਂ ਆਏ ਆ, ਉਹਨਾਂ ਦੀਆਂ ਪੈਲੀਆਂ ਜਾਂਦੀਆਂ, ਉਹਨਾਂ ਨੂੰ ਪਤਾ, ਉਹਨਾਂ ਨੂੰ ਰੂਲ ਪਤਾ ਵਾ ਕੀ ਆਰਡੀਨੈਂਸ ਪਾਸ ਕੀਤੇ ਉਹਨਾਂ ਨੇ, ਤੇ ਅੱਧੇ ਇੱਥੇ ਸੈਲਫੀਆਂ ਲੈਣੀ ਆਏ ਆ। ਪਰ ਨੌਜਵਾਨ ਕਹਿੰਦੇ ਨੇ ਕਿ ਅਸੀਂ ਸੈਲਫੀਆਂ ਲੈਣ ਨਹੀਂ ਆਏ, ਅਸੀਂ ਸਿੰਗਰ ਸੁਣਨ ਨਹੀਂ ਆਏ। ਇੱਥੇ ਅਸੀਂ ਆਪਦੇ ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ ਆਏ ਹਾਂ ਕਿਉਂਕਿ ਨੌਜਵਾਨੀ ਬਰਬਾਦ ਹੋ ਜੂ, ਪੰਜਾਬ ਬਰਬਾਦ ਹੋ ਜੂਗਾ। ਮੈਂ ਤਾਂ ਇੱਥੇ ਹੀ ਇਹ ਕਹਿੰਦਾ ਵਾ, ਸਿੰਗਰਾਂ ਦੇ ਨਾਲ ਮੈਂ ਦੀਪ ਸਿੱਧੂ ਨਾਲ ਤਹਿਲਕਾ ਰੇਡੀਓ ਦੇ ਉੱਤੇ ਗੱਲਬਾਤ ਹੋਈ ਸੀ ਮੇਰੀ, ਤੇ ਲਾਈਵ ਜੋਤੀ ਸਿੰਘ ਮਾਨ ਦੇ ਨਾਲ ਗੱਲਬਾਤ ਹੋਈ ਸੀ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕੱਟੜ ਫੈਨ ਕਿਸੇ ਦਾ ਨਹੀਂ, ਅੱਗੇ ਮੈਂ ਇੱਕ ਬੰਦੇ ਦਾ ਕੱਟੜ ਫੈਨ ਸੀਗਾ, ਉਹਦੇ ਕਰਕੇ ਮੈਨੂੰ ਬਹੁਤ ਲਾਹਨਤਾਂ ਪਈਆਂ ਜੀ, ਤੇ ਉਹਦੇ ਕਰਕੇ ਮੈਂ ਕੱਟੜਪਣਾ ਛੱਡਤਾ। ਹੁਣ ਜਿੰਨੇ ਵੀ ਸ਼ਹੀਦ ਸਿੰਘ ਆ ਉਹਨਾਂ ਦਾ ਕੱਟੜ ਫੈਨ ਆ ਮੈਂ ਜੀ, ਜਿਵੇਂ ਭਗਤ ਸਿੰਘ, ਉਹਨਾਂ ਦੇ ਕਰਕੇ ਇੱਥੇ ਮੈਂ ਆਇਆ ਅੱਜ। ਤੇ ਬਾਕੀ ਇੱਥੇ ਗੱਲ ਤੁਹਾਨੂੰ ਮੈਂ ਮੁੱਢ ਤੋਂ ਦੱਸਦਾ ਜੀ, ਕਿੱਥੇ ਸਾਡੀ ਘਾਟ ਆ। ਜਦੋਂ ਸਾਡੇ ਟੀਚਰ ਉਦੋਂ ਸੜਕਾਂ ਤੇ ਆਏ ਸੀ, ਸਾਡੇ ਯੂਥ ਨੂੰ, ਮੈਨੂੰ ਵੀ, ਮੇਰੀ ਵੀ ਗਲਤੀ ਹੈ ਜੀ, ਇੱਥੇ ਸੜਕਾਂ ਤੇ ਆਉਣਾ ਚਾਹੀਦਾ ਸੀ। ਉਦੋਂ ਉਹਨਾਂ ਨੇ ਫਿਲਮੀ ਟ੍ਰੇਲਰ ਦਿਖਾਇਆ ਉਹਨਾਂ ਨੇ, ਤੇ ਫਿਰ ਬਾਅਦ 'ਚ ਸਾਡਾ ਬਿਜਲੀ ਵਿਭਾਗ ਮਹਿਕਮਾ ਸੜਕਾਂ ਤੇ ਆਇਆ, ਫਿਰ ਬਿਜਲੀ ਪ੍ਰਾਈਵੇਟ ਕੀਤੀ ਗਈ, ਉਦੋਂ ਅਸੀਂ ਨਹੀਂ ਜਾਗੇ। ਹੁਣ ਕਿਸਾਨੀ ਦੇ ਉੱਤੇ ਉਹਨਾਂ ਨੇ ਥੋਪਤਾ ਜੀ, ਤੇ ਸਾਨੂੰ ਹੁਣ ਸੜਕਾਂ ਤੇ ਆਉਣਾ ਚਾਹੀਦਾ ਸੀਗਾ, ਤੇ ਆਏ ਵੀ ਆ ਨੌਜਵਾਨ, ਰੋਸ ਪ੍ਰਗਟਾਉਂਦੇ ਪਏ ਆ। ਤੇ ਜੇ ਮੋਦੀ ਸਰਕਾਰ ਨਹੀਂ ਕਰਦੀ ਪਈ, ਅਸੀਂ ਹੈਕ ਤੇ ਡੀਵਾ ਬਾਲਾਂਗੇ ਜੀ, ਤੇ ਜਾ ਕੇ ਜਿਵੇਂ ਝੋਟੇ ਨੂੰ ਨੱਥ ਪਾਈ ਦੀ ਹੁੰਦੀ ਆ, ਉਵੇਂ ਝੋਟੇ ਨੂੰ ਨੱਥ ਪਾ ਕੇ ਕੱਲੇ ਨਾਲ ਬੰਨਾਂਗੇ। ਤੁਸੀਂ ਕਹਿ ਰਹੇ ਹੋ ਕਿ ਫੈਨ ਭਗਤ ਸਿੰਘ ਦੇ, ਅੱਜ ਭਗਤ ਸਿੰਘ ਦਾ ਜਨਮ ਦਿਨ ਆ, ਭਗਤ ਸਿੰਘ ਦੇ ਦੱਸੇ ਰਸਤਿਆਂ ਤੇ ਚੱਲਦੇ ਹੋ ਤੁਸੀਂ? ਹਾਂਜੀ, ਚੱਲਾਂਗੇ ਜੀ, ਸੋਚ ਵੀ ਉਹੋ ਜੀ ਬਣਾਵਾਂਗੇ, ਅਪੀਲ ਕਰਦੇ ਆ। ਤੇ ਬਾਕੀ ਮੈਂ ਜੀ ਇੱਥੇ ਆਪਣੇ ਪੰਜਾਬ ਦੀ ਆਵਾਜ਼
ਉਹ ਉੱਤਰਾਖੰਡ ਦੇ ਵਿੱਚ ਪਹੁੰਚੀ ਆ ਜੀ। ਉੱਥੇ ਉਹਨਾਂ ਦੀਆਂ ਜੋ ਜ਼ਮੀਨਾਂ ਨੱਪੀਆਂ ਜਾਂਦੀਆਂ, ਮੇਰੇ ਕੋਲੇ ਵੀਡੀਓ ਆਈ ਆ, ਮੇਰੇ ਫੇਸਬੁੱਕ ਪੇਜ ਤੇ ਪਈ ਆ, ਮੈਂ ਪਾਈ ਵੀ ਆ ਤੇ ਉਹਦੇ 'ਚ ਬਕਾਇਦਾ ਬੋਲ ਕੇ ਪਾਇਆ ਆਪਣੇ ਨਾਲ ਵੀ ਇਹੀ ਹਾਲਾਤ ਹੋਣੇ ਆ ਜੋ ਕਿ ਇਹਨਾਂ ਨੇ ਉੱਥੇ ਉੱਤਰਾਖੰਡ ਯੂਪੀ ਬਿਹਾਰ ਦੇ ਵਿੱਚ ਹੋਏ ਆ। ਤੇ ਉਹਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਕੈਨਾਂ ਬਾੜੀਆਂ ਗਈਆਂ ਜੀ ਤੇ ਜ਼ਮੀਨਾਂ ਦਾ ਉਜਾੜ ਕੀਤਾ ਗਿਆ। ਉਹੀ ਕੁਝ ਪੰਜਾਬ 'ਚ ਹੋਣਾ, ਉਹੀ ਹਾਲਾਤ ਹੋਣੇ ਆ। ਅੱਜ ਇੰਨਾ ਇਕੱਠ ਆ ਜੀ, ਏਕਤਾ ਚੱਲੇ ਜੀ ਤੇ ਫਿਰ ਤਾਂ ਸਾਰਾ ਕੁਝ ਹਿੱਲ ਸਕਦਾ। ਸਰਕਾਰਾਂ ਕਿਹੜਾ ਹੁਣ ਅਸਤੀਫੇ ਦੇਣ ਲੱਗ ਗਈਆਂ। ਬੀਜੇਪੀ ਜਿੰਨੇ ਵੀ ਲੀਡਰ ਆ, ਸਾਨੂੰ ਧਰਨੇ ਬੀਜੇਪੀ ਇਹਨਾਂ ਦੇ ਲੀਡਰਾਂ ਦੇ ਸਾਹਮਣੇ ਲਾਉਣੇ ਚਾਹੀਦੇ ਆ। ਜਦੋਂ ਆਪਾਂ ਚੁੰਡੀ ਵੱਢਾਂਗੇ ਆਟੋਮੈਟਿਕ ਹੀ ਉਹਨਾਂ ਨੂੰ ਗਾਂ ਉੱਤੇ ਆਰਡਰ ਕਰਨਗੇ ਬਈ ਸਾਨੂੰ ਖਤਰਾ ਵਾ, ਸਾਡੇ ਘਰਾਂ ਦੇ ਅੱਗੇ ਬੈਠ ਗਏ ਆ। ਫਿਰ ਉਹਨਾਂ ਨੂੰ ਇੱਥੇ ਮੈਂ ਤੁਹਾਨੂੰ ਦੱਸਦਾ ਜੀ, ਚੀਨ ਵਾਲਾ ਕੰਮ ਉਹਨਾਂ ਨੇ ਕਰ ਦੇਣਾ ਵਾ। ਤੇ ਚੀਨ ਵਾਲਾ ਕੰਮ ਇਸ ਤਰੀਕੇ ਨਾਲ ਕਰ ਦੇਣਾ। ਚੀਨ ਦੇ ਵਿੱਚ ਜਿਹੜਾ ਉੱਥੇ ਇੱਕ ਸਰਕਾਰ ਆਈ ਤਾਨਾਸ਼ਾਹ ਦਾ ਪੂਰਾ, ਉਹ ਵੀ ਕਹਿੰਦੇ ਅਸੀਂ ਲੋਕਤੰਤਰ ਆ, ਪਰ ਲੋਕਤੰਤਰ ਨਹੀਂ ਹੋਈ। ਤੇ ਆਪਣੇ ਉੱਥੇ ਮੈਂ ਤੁਹਾਨੂੰ ਦੱਸਦਾ ਜੀ 3 ਜੂਨ 1999 ਦੇ ਵਿੱਚ ਚੀਨ ਦੇ ਵਿਦਿਆਰਥੀਆਂ ਨੇ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ ਸੀ। ਹੁਣ ਤੁਸੀਂ ਸਰਕਾਰਾਂ ਨੂੰ ਕੀ ਸੁਝਾਅ ਦੇਵੋਗੇ? ਕੇਂਦਰ ਸਰਕਾਰ ਨੂੰ ਕੀ ਸੁਝਾਅ ਦੇਣੇ? ਕੇਂਦਰ ਸਰਕਾਰ ਨੂੰ ਇਹੀ ਕਹਿੰਦੇ ਆ ਜੀ, ਆਪਦਾ ਰੂਲ ਜੇ ਤੁਹਾਡੇ ਬਿੱਲ ਤੁਹਾਡੇ ਕੋਲ ਗਲਤੀ ਨਾਲ ਪਾਸ ਹੋ ਗਿਆ ਜਾਂ ਤੁਹਾਨੂੰ ਉਹਨਾਂ ਨੇ ਅੰਬਾਨੀਆਂ ਦੇ ਕਹਿਣ 'ਤੇ ਕੀਤਾ ਵਾ ਬਿੱਲ ਪਾਸ, ਤੇ ਪਰ ਜੇ ਇੰਨਾ ਯੂਥ ਸਾਰਾ ਯੂਥ ਸੜਕਾਂ 'ਤੇ ਆਇਆ ਜੀ, ਉਹਨਾਂ ਦੀ ਵੀ ਸੁਣਨੀ ਚਾਹੀਦੀ। ਐਂ ਤਾਂ ਨਹੀਂ ਗਾ ਜੀ ਜੇ ਮੰਨ ਲਓ ਤੁਹਾਨੂੰ ਧੱਕੇ ਨਾਲ ਜ਼ਹਿਰ ਖਵਾਈ ਜਾਂਦੀ ਆ ਤੁਸੀਂ ਖਾ ਲਓਗੇ ਜੀ। ਜੇ ਤੁਹਾਨੂੰ ਰੋਟੀ ਜਾਂ ਕੋਈ ਫਲ ਫਰੂਟ ਦਿੰਦਾ ਤੁਸੀਂ ਖਾਓਗੇ। ਜੇ ਧੱਕੇ ਨਾਲ ਜ਼ਹਿਰ ਖਵਾਊ ਹੋਰ ਖਾਣ ਨੂੰ ਤਾਂ ਜੀ ਨਹੀਂ ਕਰਦਾ ਜੀ। ਤੇ ਉਹੀ ਜ਼ਹਿਰ ਮੋਦੀ ਜੀ ਖਵਾ ਰਹੇ ਆ। ਤੇ ਹੋਰ ਮੈਂ ਇੱਥੇ ਤੁਹਾਨੂੰ ਦੱਸਦਾ ਜੀ, ਜਿਵੇਂ ਆਪਣੇ ਕੋਲੇ ਰਿਲਾਇੰਸ ਦੇ ਸਿਮ ਆ ਜਾਂ ਪੈਟਰੋਲ ਪੰਪ ਆ, ਇਹ ਬੰਦ ਹੋਣਗੇ ਤੇ ਮੋਦੀ ਸਰਕਾਰ ਉਹਨਾਂ ਦੇ ਥੱਲੇ ਲੱਗੀ ਵੀ ਆ ਜੀ। ਉਹਨਾਂ ਦੇ ਕੋਲੇ ਅੰਬਾਨੀਆਂ ਦੇ ਕੋਲੇ ਪੈਸਾ ਵੱਧ ਆ ਜੀ, ਉਹ ਤਾਂ ਕਰਕੇ ਉਹਨਾਂ ਦੇ ਥੱਲੇ ਲੱਗੀ ਵੀ ਆ। ਉਹ ਵੀ ਮਜਬੂਰ ਆ, ਉਹਨਾਂ ਨੂੰ ਵੀ ਪਤਾ ਇਹ ਬਿੱਲ ਉਹਨਾਂ ਦੇ ਲਈ ਗਲਤ ਆ, ਪਰ ਉਹਨਾਂ ਨੂੰ ਪਾਸ ਕਰਨਾ ਪਿਆ ਵਾ। ਤੇ ਰਾਸ਼ਟਰਪਤੀ ਆਪਣੇ ਹੈਗੇ ਆ, ਉਹਨਾਂ ਨੂੰ ਚਾਹੀਦਾ ਨਹੀਂ ਸਾਈਨ ਕਰਨਾ ਜੀ। ਸੋ ਗੱਲਬਾਤ ਕਰਦੇ ਹਾਂ। ਹਾਂਜੀ, ਆਪਣਾ ਨਾਮ? ਲਵਪ੍ਰੀਤ ਸਿੰਘ। ਲਵਪ੍ਰੀਤ ਜੀ, ਕਿੱਥੋਂ ਆਏ ਹੋ ਤੁਸੀਂ? ਮੈਂ ਪਿੰਡ ਧਵਾਨ ਤੋਂ ਆਇਆ ਜੀ। ਠੀਕ ਹੈ, ਤੁਸੀਂ ਪਿੰਡ ਤੋਂ ਆਏ ਹੋ, ਕੀ ਕਰਨ ਆਏ ਹੋ ਇੱਥੇ? ਕਿਹੜੇ ਧਰਨੇ 'ਚ ਆਏ ਹੋ? ਅਸੀਂ ਜੀ ਇਹ ਸਰਕਾਰ ਦੇ ਵਿਰੋਧ ਵਿੱਚ ਆਏ ਹਾਂ, ਕਿਸਾਨਾਂ ਦੇ ਹੱਕ 'ਚ ਖੜੇ ਹਾਂ ਜੀ। ਠੀਕ ਹੈ, ਤੇ ਅਸੀਂ ਇਹ ਅਸਲ ਵਿੱਚ ਆਰਡੀਨੈਂਸ ਨੇ, ਇਹ ਕਿੰਨੇ ਕੁ ਖਤਰਨਾਕ ਨੇ ਤੇ ਕੀ ਲੱਗਦਾ ਤੁਹਾਨੂੰ ਕਿ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਬਰਬਾਦੀ ਹੋ ਜੂ? ਬਿਲਕੁਲ ਹੋਗੀ ਜੀ। ਪਹਿਲਾਂ ਜਿਵੇਂ ਇਹਨਾਂ ਨੇ ਆਪਣਾ ਕੀਤਾ ਸੀਗਾ, ਨੋਟਬੰਦੀ ਕੀਤੀ ਕਿ ਤੁਹਾਡੇ ਇਦਾਂ ਹੋ ਜਾਊਗਾ ਉਸ ਦਾ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਹੋਇਆ। ਜਿੰਨਾ ਵੀ ਹੋਇਆ ਇਹ ਨੁਕਸਾਨ ਹੋਇਆ ਏ ਤੇ ਉਹਦਾ ਹਜੇ ਤੱਕ ਕੋਈ ਰਿਜ਼ਲਟ ਨਹੀਂ ਸਾਹਮਣੇ ਆਇਆ ਕਿ ਜਿਹਦੇ ਵਿੱਚ ਕਿਸਾਨ ਨੂੰ ਜਾਂ ਕਿਸੇ ਦੇਸ਼ ਵਾਸੀ ਨੂੰ ਫਾਇਦਾ ਹੋਇਆ ਹੋਵੇ। ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਬਹੁਤ ਫਾਇਦੇਮੰਦ ਆ, ਆਮਦਨ ਕਿਸਾਨ ਦੀ ਦੁੱਗਣੀ ਹੋਊਗੀ, ਬਹੁਤ ਫਾਇਦੇ ਹੋਣਗੇ, ਕਿਸਾਨ ਹਿਤੈਸ਼ੀ। ਕੀ ਕਹੋਗੇ? ਬਿਲਕੁਲ ਜੀ, ਉਹ ਬਿਲਕੁਲ ਗਲਤ ਕਹਿ ਰਹੇ ਨੇ। ਕਹਿੰਦੇ ਨੇ ਕਿ ਲੱਗੀ ਜੇਕਰ ਤੇਰੇ ਕਾਲਜੇ ਛੁਰੀ ਨਹੀਂ, ਤੇ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਇਹ ਬਹੁਤ ਹਾਲਾਤ ਵਿਗੜਦੇ ਜਾਣਗੇ ਜਿਵੇਂ ਦਾ ਇਹ ਪ੍ਰਸ਼ਾਸਨ ਕਰ ਰਹੀ ਹੈ। ਇਸ ਦਾ ਨਤੀਜਾ ਕੋਈ ਚੰਗਾ ਨਹੀਂ ਨਿਕਲਣ ਵਾਲਾ ਸਰ। ਕਲਾਕਾਰਾਂ ਨੇ ਸਟੇਜ ਲਾਈ ਆ, ਕਿਸਾਨਾਂ ਦੇ ਹੱਕ 'ਚ ਸਟੇਜ ਲਾਈ ਆ, ਕੀ ਕਹੋਗੇ? ਬਿਲਕੁਲ ਜੀ, ਸਭ ਨੂੰ ਆਉਣਾ ਚਾਹੀਦਾ ਹੈ ਤੇ ਵਿਰੋਧ ਕਰਨਾ ਚਾਹੀਦਾ ਆ ਐਸੇ ਕਾਨੂੰਨਾਂ ਦਾ। ਸੋ ਮੈਂ ਵੀ ਚਾਹੁੰਦਾ ਹਾਂ ਕਿ ਮੈਂ 2 ਲਾਈਨਾਂ ਆਪ ਜੀ ਦੇ ਪੇਸ਼ ਕਰਾਂ। ਠੀਕ ਹੈ, ਕਿਵੇਂ ਦੀਆਂ ਲਾਈਨਾਂ ਪੇਸ਼ ਕਰੋਗੇ? ਕਰ ਸਕਦੇ ਹੋ ਤੁਸੀਂ। ਹਾਂਜੀ ਬਿਲਕੁਲ ਜੀ। ਜਿੰਨਾ ਉੱਤੋਂ ਸਾਨੂੰ ਆਸ ਸੀ ਖਵਾਉਣ ਦੀ, ਉਹ ਤਾਂ ਵੇਚ ਕੇ ਮੁਲਕ ਖਾ ਗਏ। ਹਾਂ, ਜਿੰਨਾ ਉੱਤੋਂ ਸਾਨੂੰ ਆਸ ਸੀ ਖਵਾਉਣ ਦੀ, ਉਹ ਤਾਂ ਵੇਚ ਕੇ ਮੁਲਕ ਖਾ ਗਏ। ਆ ਸਾਡੇ ਘਰਾਂ ਦੇ ਨੇ ਚੁੱਲ੍ਹੇ ਠੰਡੇ ਪੈ ਗਏ। ਉਹ ਕਿੱਦਾਂ ਕਹੀਏ ਚੰਗੇ ਦਿਨ ਆ ਗਏ। ਆ ਸਾਡੇ ਘਰਾਂ ਦੇ ਨੇ ਚੁੱਲ੍ਹੇ ਠੰਡੇ ਪੈ ਗਏ। ਉਹ ਕਿੱਦਾਂ ਕਹੀਏ ਚੰਗੇ ਦਿਨ ਆ ਗਏ। ਹੋ ਕਦੇ ਨੋਟਬੰਦੀ ਕਦੇ GST, ਆ ਸਾਡੇ ਜਿਉਣ ਦੀ ਹੈ ਘਟ ਗਈ ਕੰਪੈਸਿਟੀ। ਹਾਂ, ਕਦੇ ਨੋਟਬੰਦੀ ਕਦੇ GST, ਆ ਸਾਡੇ ਜਿਉਣ ਦੀ ਹੈ ਘਟ ਗਈ ਕੰਪੈਸਿਟੀ। ਆ ਤੇਰੇ ਅੱਛੇ ਦਿਨ ਵੇਖ ਮੋਦੀ ਸਾਹਿਬ ਓਏ, ਆ ਰਸੇ ਟਾਲੀਆਂ ਤੇ ਪਵਾ ਗਏ। ਆ ਸਾਡੇ ਘਰਾਂ ਦੇ ਨੇ ਚੁੱਲ੍ਹੇ ਠੰਡੇ ਪੈ ਗਏ। ਉਹ ਕਿੱਦਾਂ ਕਹੀਏ ਚੰਗੇ ਦਿਨ ਆ ਗਏ। ਹਾਂ, ਕਿੱਦਾਂ ਕਹੀਏ ਅੱਛੇ ਦਿਨ ਆ ਗਏ। ਮਿਹਰਬਾਨੀ। ਵਾਹ ਜੀ ਵਾਹ। ਵੈਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਊ ਆਉਣ ਵਾਲੇ ਸਮੇਂ 'ਚ। ਇਹ ਜਿਹੜੇ ਬਿੱਲ ਨੇ ਇਹ ਬਹੁਤ ਫਾਇਦੇਮੰਦ ਨੇ, ਕੀ ਕਹੋਗੇ? ਉਹ ਤੋਂ ਗੁੰਮਰਾਹ ਕਰ ਰਹੇ ਨੇ ਲੋਕ, ਵਿਰੁੱਧ ਹੋ ਰਹੇ ਨੇ, ਉਹ ਕਹਿ ਰਹੇ ਨੇ ਸਹੀ ਨੇ। ਬਿਲਕੁਲ ਜੀ, ਗੁੰਮਰਾਹ ਕਰਨੇ ਤੇ ਇਸ ਦਾ ਨਤੀਜਾ ਬਹੁਤ ਹੀ ਘਾਤਕ ਨਿਕਲੂਗਾ। ਠੀਕ ਹੈ, ਜਿਵੇਂ ਕਿ ਪਹਿਲਾਂ ਤੋਂ ਹੁੰਦਾ ਆ ਰਿਹਾ ਹੈ। ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਆ, ਤੁਸੀਂ ਉਹਨਾਂ ਦੇ ਰਸਤੇ ਤੇ ਚੱਲਦੇ ਹੋ? ਬਿਲਕੁਲ ਜੀ, ਅਸੀਂ
ਜ਼ਰੂਰ ਚੱਲਣਾ ਵੀ ਚਾਹਾਂਗੇ ਤੇ ਜੇ ਨਹੀਂ ਵੀ ਚੱਲਦੇ ਤੇ ਪ੍ਰਮਾਤਮਾ ਮਿਹਰ ਕਰੇ ਕਿ ਆਪਾਂ ਉਹਨਾਂ ਦੇ ਰਸਤੇ ਵਿੱਚ ਚੱਲੀਏ, ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਆਪਾਂ ਉਹਨਾਂ ਦੀ ਪਾਲਣਾ ਕਰੀਏ। ਸਰਕਾਰਾਂ ਨੂੰ ਕੀ ਸੁਝਾਅ ਦੇਵੋਗੇ? ਮੈਂ ਤੇ ਇਹੀ ਸੁਝਾਅ ਦੇਣਾ ਚਾਹੁੰਦਾ ਆ ਕਿ ਹਰ ਇੱਕ ਨੂੰ ਹੱਕ ਮਿਲਣਾ ਚਾਹੀਦਾ ਆ, ਹਰ ਇੱਕ ਦਾ ਫਾਇਦਾ ਹੋਣਾ ਚਾਹੀਦਾ ਆ। ਕਿਸੇ ਨਾਲ ਵੀ ਧੱਕਾ ਕਰਕੇ ਜਾਂ ਕਿਸੇ ਸਟੇਟ ਨਾਲ ਧੱਕਾ ਕਰਕੇ ਕੋਈ ਚੰਗਾ ਨਤੀਜਾ ਨਾ ਹੀ ਨਿਕਲਿਆ ਹੈ ਤੇ ਨਾ ਹੀ ਨਿਕਲਣਾ। ਇਹ ਸਾਡੇ 84 ਦੇ ਜ਼ਖਮਾਂ ਹਜੇ ਅੱਲੇ ਨਹੀਂ ਹੋਏ ਤੇ ਸ਼ਾਇਦ ਮੈਨੂੰ ਲੱਗਦਾ ਇਹ ਫੇਰ ਜ਼ਖਮ ਦੇਣ ਨੂੰ ਤਿਆਰ ਨੇ। ਤੁਸੀਂ ਕੀ ਕਹੋਗੇ, ਇਹ ਬਿੱਲ ਰੱਦ ਹੋਣੇ ਚਾਹੀਦੇ ਨੇ? ਬਿਲਕੁਲ ਜ਼ਰੂਰ ਹੋਣੇ ਚਾਹੀਦੇ ਸਰ। ਠੀਕ ਹੈ, ਇਹ ਸਨ ਨੌਜਵਾਨ ਲਵਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ, ਆਪਣਾ ਗੀਤ ਵੀ ਸੁਣਾਇਆ, ਗੀਤ ਨਾਲ ਦੱਸਿਆ, ਦੁੱਖ ਦਰਦ ਦੱਸਿਆ ਕਿ ਕਿਸਾਨਾਂ ਦਾ ਬਹੁਤ ਮਾੜਾ ਹਾਲ ਹੋਊਗਾ ਜੇ ਇਹ ਬਿੱਲ ਪਾਸ ਹੁੰਦੇ ਨੇ। ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।